विधान सभा इजलास की तो अज उसका आखिरी दिन सीगा जिस बजट भी पेश किया गया तो अज कई मुद्दों लैके चर्चा भी की गई जिस तरह पंजाब यूनीवर्सिटी का मुद्दा तो इस तो इलावा जेकर गल की जाए अग्निपथ योजना की उसनों लैके भी जो मुद्दा पास किया गया। उन्होंने इस अग्निपथ का मुद्दा लिया क्योंकि पहला तय हो गया सी कि कांग्रेस लियावेगी ये मता आप बाद इन्होंने आपस विधि सलाह करके मुख्यमंत्री नूं ये मता लियाउण दी आख्या जिहदा विरोध किया सिर्फ दो बंदियां बीजेपी वाले ने, बाकी किसी ने विरोध नहीं किया तो बहुत गिनती उस नाल ये पास कर दिता। भगवंत सिंह मान ने बड़े शब्दों के विच तंज भी किसी सिठरियां भी दित्तियां ते सवाल भी चुके। उन्हां दा कहना सी कि असल दे विच तुसीं ਇਹ ਠੇਕੇ ਤੇ ਭਰਤੀ ਕਰਨਾ ਚਾਹੁੰਦੇ ਹੋ। ਕੋਈ ਸਮਾਂ ਸੀ ਜਦੋਂ CBI ਹੋਵੇ, NIA ਹੋਵੇ, ਇਨਕਮ ਟੈਕਸ ਹੋਵੇ, ED ਹੋਵੇ ਜਾਂ ਕੋਈ ਹੋਰ, ਇਹਨਾਂ ਦਾ ਆਜ਼ਾਦਾਨਾ ਹਸਤੀ ਹੁੰਦੀ ਸੀ। ਇਹਨਾਂ ਦਾ ਕੁਝ ਵੀ ਕਿਹਾ ਹੋਇਆ ਜੇ ਕੋਈ ਕੇਸ ਚਲਿਆ ਗਿਆ ਲੋਕ ਬੜਾ ਫਖਰ ਨਾਲ ਕਹਿੰਦੇ ਸੀ ਕਿ ਯਾਰ ਇਹਦਾ CBI ਦੀ ਜਾਂਚ ਕੀਤੀ ਵੀ ਹੈ, ਇਹਦੇ ਵਿੱਚ ਕਿਸੇ ਪੱਖ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਗਿਆ ਹੁਣ। ਤੇ ਅੱਜ ਦੇ ਜ਼ਮਾਨੇ ਦੇ ਵਿੱਚ ਉਹਨਾਂ ਨੂੰ ਕੀ ਕਿਹਾ ਜਾ ਰਿਹਾ ਹੈ, ਇਹ ਤਾਂ ਕੇਂਦਰ ਸਰਕਾਰ ਦੇ ਤੋਤੇ ਨੇ। ਤਾਂ ਵਿਧਾਨ ਸਭਾ ਦੇ ਵਿੱਚ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ SYL ਦਾ ਜਿਹੜਾ ਮੁੱਦਾ ਉਹ ਵੀ ਚੁੱਕਿਆ। SYL ਦਾ ਮੁੱਦਾ ਹੈਗਾ ਜਿਹੜਾ ਪੰਜਾਬ ਦੇ ਬਿਲਕੁਲ ਹੱਕਾਂ ਦਾ ਹੈਗਾ। ਉਹਨਾਂ ਨੇ ਕਿਹਾ ਕਿ ਇਸ ਮੁੱਦੇ ਦੇ ਵਿੱਚ ਜਿਹੜਾ ਬੈਨ ਕੀਤਾ ਗਿਆ ਆਪਾਂ ਤੁਰੰਤ ਇੱਕ ਮਤਾ ਪਾ ਕੇ ਭੇਜੀਏ ਕਿ ਸਰਕਾਰ ਇਹ पाबंदी नूं खत्म करे। विधायक जय किशन अरोड़ी नूं जिहड़ा डिप्टी स्पीकर जिहड़ा ओह विधान सभा चुनिया गया। आम आदमी पार्टी इस वेले बहु गिनती दे विच है। उन्होंने इस मामले दे विच जय किशन अरोड़ी नूं लिया के ते डिप्टी स्पीकर दा अहुदा दे दिता गया। प्रधानमंत्री नरेंद्र मोदी दी ते अमित शाह दी तां इन्हां नूं सिर कलम करन दी जिहड़ी ओह धमकी मिली सी, जिस तो बाद व्यक्ति जिहड़ा गिरफ्तार किया गया। इस व्यक्ति नूं गिरफ्तार किया गया लेकिन बाद दे विच इहनूं छड्ड दिता गया। असल दे विच इस ने जिहड़ी नूपुर ने पैगंबर दे विरोध दे विच टिप्पणी कीती सी, इन्हां सज्जणां ने कहा सी कि तुसीं माफ़ी मंग लो। अज वो मामले खड़े कीते जा रहे ने जिहदी साडा संविधान इजाजत नहीं दिंदा। कहंदे आ कि धर्म अनेक भारत एक। बिट्टू खेड़ा कतलकांड दे विच सिद्धू मूसेवाला दे करीबी सीगे जिहड़े उन्हां दे मैनेजर दस्से जा रहे ने शगनप्रीत, तां उन्हां दी भूमिका दस्सी जा रही है जिस दे चलदे उन्हां ने हाई कोर्ट तो राहत की मंग कीती सी पर वो नहीं मिली। वो बिल्कुल नहीं मिली, इस करके नहीं मिली उन्होंने कहा सी कि उहदी सुरक्षा नूं खतरा है। वो इस वेले आस्ट्रेलिया दे विच है तां अदालत ने आख्या भी इत्थे फिर सुरक्षा काहदे वास्ते होगी, ਜਿਹੜਾ ਬੰਦਾ ਹੈ ਹੀ ਆਸਟ੍ਰੇਲੀਆ ਦੇ ਵਿੱਚੋਂ ਕਹਿੰਦੇ ਨਹੀਂ ਜੀ ਆਉਣਾ ਚਾਹੁੰਦਾ ਹੈ। ਜੇਕਰ ਗੱਲ ਕੀਤੀ ਹੈ ਜਲੰਧਰ ਦੀ ਤਾਂ ਜਲੰਧਰ ਦੇ ਕਈ ਥਾਵਾਂ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਕਿ ਥਾਂ ਥਾਂ ਦੇ ਉੱਤੇ ਖਾਲਿਸਤਾਨ ਦੇ ਨਾਅਰੇ, ਇਹਨੂੰ ਐਡੀ ਤੂਲ ਦਿੱਤੀ ਕਿਉਂ ਜਾ ਰਹੀ ਹੈ ਜੀ। ਮਾਨਯੋਗ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਹੈ ਕਿ ਭਾਰਤ ਦੇ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਜੇ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈ ਉਹ ਗੈਰ ਕਾਨੂੰਨੀ ਨਹੀਂ ਹੈ। ਜੇ ਪੁਲਿਸ ਦੇ ਕੰਪਲੈਕਸਾਂ ਤੇ ਜਾ ਕੇ ਹੀ ਲੋਕ ਇਸ ਤਰ੍ਹਾਂ ਮਨਮਰਜ਼ੀ ਦੇ ਨਾਅਰੇ ਲਿਖੀ ਜਾਂਦੇ ਆ ਤੇ ਇਹਨਾਂ ਨੇ ਦੂਜਿਆਂ ਦੀ ਰੱਖਿਆ ਕੀ ਕਰਨੀ ਹੈ। ਲਾਟਰੀ ਘੁਟਾਲਾ ਹੋਇਆ ਸੀ ਜਿਸ ਨੂੰ ਲੈ ਕੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਨੇ ਜਿਹੜਾ ਕਾਂਗਰਸ ਸਰਕਾਰ ਤੇ ਜਿਹੜਾ ਸਵਾਲ ਚੁੱਕੇ ਨੇ, ਜੋ ਕਿ ਪਿਛਲੀ ਵਾਰ ਇਹ ਮਾਮਲਾ ਉਹਨਾਂ ਨੇ ਉਠਾਇਆ ਤੇ ਦੱਸਿਆ ਕਿ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਿਆ ਹੈ, ਇਸ ਕਰਕੇ ਅਸੀਂ ਇਹਦੀ ਜਾਂਚ ਕਰਾ ਰਹੇ ਹਾਂ ਤੇ ਪਿਛਲੀ ਸਰਕਾਰ ਦਾ ਕੋਈ ਮੰਤਰੀ ਸੰਤਰੀ ਅਧਿਕਾਰੀ ਕੋਈ ਵੀ ਹੈ ਉਹਦੇ ਤੇ ਫਿਰ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਜੇਕਰ ਗੱਲ ਕੀਤੀ ਹੈ ਜੱਗੂ ਭਗਵਾਨਪੁਰੀਆ ਦੀ ਤਾਂ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਨਾਲ ਉਸਦੀਆਂ ਤਾਰਾਂ ਜੁੜੀਆਂ ਸਨ, ਜਿਸ ਤੋਂ ਬਾਅਦ 7 ਦਿਨ ਦਾ ਰਿਮਾਂਡ ਆ ਜਿਹੜਾ ਮਾਨਸਾ ਅਦਾਲਤ ਦੇ ਵੱਲੋਂ ਦਿੱਤਾ ਗਿਆ। ਦਿੱਲੀ ਤੋਂ ਰਾਹਦਾਰੀ ਰਿਮਾਂਡ ਤੇ ਪਹਿਲਾਂ ਲਿਆਂਦਾ ਗਿਆ ਉਸੇ ਤਰ੍ਹਾਂ ਜਿਵੇਂ ਲਾਰੈਂਸ ਬਿਸ਼ਨੋਈ ਲਿਆਂਦਾ ਸੀ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸੁਖਵੀਰ ਸਿੰਘ ਇੱਕ ਮੇਰੀ ਸੁਣੋ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਅਸੀਂ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕਰਦੇ ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ। ਉਹਨਾਂ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੰਗੂ ਸਾਹਿਬ।
ਜੇਕਰ ਗੱਲ ਕੀਤੀ ਜਾਵੇ ਵਿਧਾਨ ਸਭਾ ਇਜਲਾਸ ਦੀ ਤਾਂ ਅੱਜ ਉਸ ਦਾ ਆਖਰੀ ਦਿਨ ਸੀਗਾ, ਜਿਸ ਦੇ ਵਿੱਚ ਬਜਟ ਵੀ ਪੇਸ਼ ਕੀਤਾ ਗਿਆ ਤੇ ਅੱਜ ਕਈ ਮੁੱਦਿਆਂ ਨੂੰ ਲੈ ਕੇ ਚਰਚਾ ਵੀ ਕੀਤੀ ਗਈ, ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਤੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਅਗਨੀਪਥ ਯੋਜਨਾ ਦੀ, ਉਸ ਨੂੰ ਲੈ ਕੇ ਵੀ ਜਿਹੜਾ ਮੁੱਦਾ ਪਾਸ ਕੀਤਾ ਗਿਆ ਜੀ। ਦੇਖੋ, ਜਿਹੜਾ ਸਭ ਤੋਂ ਅਹਿਮ ਮਤਾ ਲਿਆਂਦਾ ਗਿਆ ਉਹ ਹੈ ਅਗਨੀਪਥ ਦਾ। ਅੱਜ ਸਵੇਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਹੀਂ ਸੀਗੇ। ਭਗਵੰਤ ਸਿੰਘ ਮਾਨ ਆਉਂਦੇ ਨੇ ਦੁਪਹਿਰ ਦੇ ਲਗਭਗ। ਉਹਨਾਂ ਨੇ ਇਸ ਅਗਨੀਪਥ ਦਾ ਮੁੱਦਾ ਲਿਆਂਦਾ ਕਿਉਂਕਿ ਪਹਿਲਾਂ ਤੈਅ ਹੋ ਗਿਆ ਸੀ ਕਿ ਕਾਂਗਰਸ ਲਿਆਵੇਗੀ ਇਹ ਮਤਾ। ਆਪਾਂ ਬਾਅਦ ਦੇ ਵਿੱਚ ਇਹਨਾਂ ਨੇ ਆਪਸ ਵਿੱਚ ਦੀ ਸਲਾਹ ਕਰਕੇ ਮੁੱਖ ਮੰਤਰੀ ਨੂੰ ਇਹ ਮਤਾ ਲਿਆਉਣ ਦੀ ਆਖਿਆ, ਜਿਹਦਾ ਵਿਰੋਧ ਕੀਤਾ ਸਿਰਫ 2 ਬੰਦਿਆਂ ਨੇ, ਬੀਜੇਪੀ ਵਾਲਿਆਂ ਨੇ। ਬਾਕੀ ਕਿਸੇ ਨੇ ਇਹਦਾ ਵਿਰੋਧ ਨਹੀਂ ਕੀਤਾ ਤੇ ਬਹੁ ਗਿਣਤੀ ਉਸ ਨਾਲ ਇਹ ਪਾਸ ਕਰ ਦਿੱਤਾ ਗਿਆ। ਭਗਵੰਤ ਸਿੰਘ ਮਾਨ ਨੇ ਬੜੇ ਸ਼ਬਦਾਂ ਦੇ ਵਿੱਚ ਤੰਜ ਵੀ ਕਿਸੇ ਸਿੱਠਣੀਆਂ ਵੀ ਦਿੱਤੀਆਂ ਤੇ ਸਵਾਲ ਵੀ ਚੱਕੇ। ਉਹਨਾਂ ਦਾ ਕਹਿਣਾ ਸੀ ਕਿ ਅਸਲ ਦੇ ਵਿੱਚ ਤੁਸੀਂ ਇਹ ਠੇਕੇ ਤੇ ਭਰਤੀ ਕਰਨਾ ਚਾਹੁੰਦੇ ਹੋ, ਨਾ ਤੁਸੀਂ ਪੈਨਸ਼ਨ ਦੇਣ ਨੂੰ ਤਿਆਰ ਹੋ, ਨਾ ਤੁਸੀਂ ਉਹਨਾਂ ਨੂੰ ਪੂਰਾ ਸਮਾਂ ਨੌਕਰੀ ਤੇ ਰੱਖਣ ਨੂੰ ਤਿਆਰ ਹੋ। ਤੇ ਇੱਕ ਸਵਾਲ ਆਇਆ ਕਿ ਦੇਸ਼ ਦੇ ਤਿੰਨੇ ਮੁਖੀ ਇਹਦੇ ਹੱਕ 'ਚ ਬੋਲਦੇ ਆ। ਉਹਦਾ ਜਵਾਬ ਵੀ ਇਹਨਾਂ ਨੇ ਆਖਿਆ ਕਿ ਇਹ ਅਧਿਕਾਰੀ ਹੁੰਦੇ ਨੇ। ਕੋਈ ਸਮਾਂ ਸੀ ਜਦੋਂ CBI ਹੋਵੇ, NIA ਹੋਵੇ, ਇਨਕਮ ਟੈਕਸ ਹੋਵੇ, ED ਹੋਵੇ ਜਾਂ ਕੋਈ ਹੋਰ, ਇਹਨਾਂ ਦਾ ਆਜ਼ਾਦਾਨਾ ਹਸਤੀ ਹੁੰਦੀ ਸੀ। ਇਹਨਾਂ ਦਾ ਕੁਝ ਵੀ ਕਿਹਾ ਹੋਇਆ, ਜੇ ਕੋਈ ਕੇਸ ਚਲਿਆ ਗਿਆ, ਲੋਕ ਬੜਾ ਫਖਰ ਨਾਲ ਕਹਿੰਦੇ ਸੀ ਕਿ ਯਾਰ ਇਹਦਾ CBI ਦੀ ਜਾਂਚ ਕੀਤੀ ਵੀ ਹੈ, ਇਹਦੇ ਵਿੱਚ ਕਿਸੇ ਪੱਖ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਗਿਆ ਹੋਣਾ ਹੈ। ਤੇ ਅੱਜ ਦੇ ਜ਼ਮਾਨੇ ਦੇ ਵਿੱਚ ਉਹਨਾਂ ਨੂੰ ਕੀ ਕਿਹਾ ਜਾ ਰਿਹਾ ਹੈ? ਇਹ ਤਾਂ ਕੇਂਦਰ ਸਰਕਾਰ ਦੇ ਤੋਤੇ ਨੇ। ਤੇ ਹੁਣ ਰਹਿੰਦੀ ਕਸਰ ਨਿਕਲ ਗਈ ਅਗਨੀਪਥ ਤੋਂ ਬਾਅਦ ਇਹ ਵੀ ਫੌਜ ਦੇ ਜਿਹੜੇ ਤਿੰਨੇ ਮੁਖੀ ਨੇ ਉਹ ਵੀ ਕੇਂਦਰ ਸਰਕਾਰ ਦੀ ਬੋਲੀ ਬੋਲਣ ਲੱਗ ਗਏ ਨੇ। ਭਾਵ ਇਹਨਾਂ ਤੇ ਰਾਜਸੀ ਪਿਉਂਦ ਚੜ ਗਈ। ਭਗਵੰਤ ਮਾਨ ਨੇ ਅਸ਼ਵਨੀ ਸ਼ਰਮਾ ਹੋਰਾਂ ਵਾਲੇ ਪਾਸੇ ਨੂੰ ਮੂੰਹ ਕਰਕੇ ਆਖਿਆ ਕਿ ਪਹਿਲਾਂ ਐਂ ਕਰੋ, ਇਸ ਅਗਨੀਪਥ ਯੋਜਨਾ ਦੇ ਵਿੱਚ ਤੁਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਮੁੰਡੇ ਭਰਤੀ ਕਰੋ, ਨਾਲੇ ਪਤਾ ਲੱਗ ਜਾਏਗਾ ਕਿ ਕਿੰਨੀ ਕੇ ਕਾਰਗਰ ਹੈ। ਜੇ ਇਹਨਾਂ ਦੇ ਮੁੰਡੇ ਕਾਮਯਾਬ ਹੋ ਗਏ ਫਿਰ ਅਸੀਂ ਉਸ ਤੋਂ ਬਾਅਦ ਦੂਜੇ ਮੁੰਡਿਆਂ ਨੂੰ ਕਹਿ ਦਿਆਂਗੇ। ਉਹ ਕਹਿੰਦੇ ਜਿਹੜੇ ਪੁਰਾਣੇ ਮੁੰਡੇ ਹੁੰਦੇ ਸੀ ਉਹ ਬੜੀ ਵੱਡੇ ਪੱਧਰ ਦੇ ਉੱਤੇ ਨਾਮ ਨਾ ਖੱਟ ਕੇ ਆਉਂਦੇ, ਇਹਦੇ ਤੇ ਆਪਣਾ ਪੱਖ ਰੱਖਦਿਆਂ ਵਿਰੋਧੀ ਧਿਰ ਦੇ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਵੀ ਆਖਿਆ ਕਿ ਸਰਕਾਰ ਨੇ ਇਸ ਮਾਮਲੇ ਨੂੰ ਗਲਤ ਰੰਗਤ ਦਿੱਤੀ ਹੈ। ਕਹਿੰਦੇ ਜਦੋਂ ਤਿੰਨੋਂ ਖੇਤੀ ਕਾਨੂੰਨ ਆਏ ਤਾਂ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਿਆ, ਬਾਜਵਾ ਸਾਹਿਬ ਕਹਿੰਦੇ कि बाजवा साहब अब इसका कुछ ना कुछ करो, इतना ज़्यादा खलारा पै चुका है जी। बाजवा साहब कहते मैं कहा कि आ जिहड़ी गल हुण पुछण लगे हो ये लियाउण तो पहला पुछ लेंदे, एडा खलारा पैना ही नहीं सी। तुसीं बिना सोचे समझे चीज़ लैके आउंदे हो तो फिर जदों कोई चीज़ थुक के चटनी पै जाए बहुत माड़ी हुंदी है। ਤਿੰਨੋਂ ਖੇਤੀ ਕਾਨੂੰਨ ਕੇਂਦਰ ਸਰਕਾਰ ਨੂੰ ਵਾਪਸ ਲੈਣੇ ਪਏ ਤੇ ਹੁਣ ਵੀ ਇਹੀ ਮਤਾ ਪਾਇਆ ਗਿਆ ਕਿ ਇਹਨੂੰ ਵਾਪਸ ਲਿਆ ਜਾਵੇ। ਮੈਂ ਸਮਝਦਾ ਕਿ ਪੰਜਾਬ ਉਹ ਸੂਬਾ ਬਣ ਗਿਆ ਜਿਹਦੇ ਵਿੱਚ ਇਹਦੇ ਅਗਨੀਪਥ ਅਗਨੀਵੀਰ ਦੇ ਵਿਰੋਧ ਦੇ ਵਿੱਚ ਇਹ ਮਤਾ ਪਿਆ। ਹੋ ਸਕਦਾ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਹੋਰ ਗੈਰ ਭਾਜਪਾਈ ਸਰਕਾਰਾਂ ਨੇ ਉਹ ਵੀ ਇਹ ਮਤੇ ਲੈ ਆਉਣ।
ਹੁਣੇ ਮਤਾ ਰਾਜਪਾਲ ਸਾਹਿਬ ਕੋਲੇ ਜਾਵੇਗਾ। ਰਾਜਪਾਲ ਸਾਹਿਬ ਅੱਗੇ ਭੇਜਦੇ ਆ ਕਿ ਨਹੀਂ ਭੇਜਦੇ, ਇਹ ਸਮਾਂ ਦੱਸੇਗਾ। ਜੀ ਜੇਕਰ ਗੱਲ ਕੀਤੀ ਹੈ ਵਿਧਾਨ ਸਭਾ ਦੀ, ਤਾਂ ਵਿਧਾਨ ਸਭਾ ਦੇ ਵਿੱਚ ਅੱਜ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ SYL ਦਾ ਜਿਹੜਾ ਮੁੱਦਾ ਉਹ ਵੀ ਚੁੱਕਿਆ ਜੀ। SYL ਦਾ ਮੁੱਦਾ ਨਹੀਂ ਚੁੱਕਿਆ ਉਹਨਾਂ ਨੇ, SYL ਗੀਤ ਦਾ ਮੁੱਦਾ ਚੁੱਕਿਆ ਜੀ, ਜਿਹੜਾ ਸਿੱਧੂ ਮੂਸੇਵਾਲੇ ਦਾ ਸੀ। ਇਹਦੇ ਤੇ ਤਕਰੀਬਨ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਛੱਡ ਲਓ, ਬਾਕੀਆਂ ਨੇ ਆਲਮੋਸਟ ਹਾਮੀ ਭਰੀ ਹੈ। ਉਹਨਾਂ ਨੇ ਕਿਹਾ ਕਿ ਇਹ ਮੁੱਦਾ ਜੇ ਚੁੱਕਿਆ ਗਿਆ ਤਾਂ ਪੰਜਾਬ ਦੇ ਹੱਕਾਂ ਦਾ ਮੁੱਦਾ ਹੈ, SYL ਦਾ ਮੁੱਦਾ ਹੈਗਾ ਜਿਹੜਾ ਪੰਜਾਬ ਦੇ ਬਿਲਕੁਲ ਹੱਕਾਂ ਦਾ ਹੈਗਾ। ਉਹਨਾਂ ਨੇ ਕਿਹਾ ਕਿ ਇਸ ਮੁੱਦੇ ਦੇ ਵਿੱਚ ਜਿਹੜਾ ਬੈਨ ਕੀਤਾ ਗਿਆ, ਆਪਾਂ ਤੁਰੰਤ ਇੱਕ ਮਤਾ ਪਾ ਕੇ ਭੇਜੀਏ ਕਿ ਸਰਕਾਰ ਇਹ ਪਾਬੰਦੀ ਨੂੰ ਖਤਮ ਕਰੇ। ਜੇ ਇਹ ਪਾਬੰਦੀ ਖਤਮ ਹੋ ਜਾਵੇਗੀ ਤਾਂ ਇਹ ਗਾਣਾ ਦੁਬਾਰਾ ਚੱਲੇਗਾ। ਇਹ ਤਾਂ ਇੱਕ ਕਾਗਜ਼ਾਂ ਤੱਕ ਸੀਮਤ ਹੈ, ਅਦਰਵਾਈਜ਼ ਹਰੇਕ ਮੋਬਾਈਲ ਦੇ ਵਿੱਚ ਇਹ ਗਾਣਾ ਗੂੰਜ ਰਿਹਾ ਹੈ ਤੇ ਸਰਕਾਰ ਨੂੰ ਇਹਦੇ ਤੇ ਕਦਮ ਵਾਪਸ ਲੈ ਲੈਣਾ ਚਾਹੀਦਾ ਜੀ। ਵਿਧਾਇਕ ਜੈ ਕਿਸ਼ਨ ਰੋੜੀ ਨੂੰ ਜਿਹੜਾ ਡਿਪਟੀ ਸਪੀਕਰ ਜਿਹੜਾ ਉਹ ਵਿਧਾਨ ਸਭਾ ਚੁਣਿਆ ਗਿਆ ਜੀ। ਦੇਖੋ, ਜਿਹੜੇ ਜੈ ਕਿਸ਼ਨ ਰੋੜੀ ਨੇ ਇਹ ਗੜਸ਼ੰਕਰ ਤੋਂ ਚੁਣ ਕੇ ਆਉਂਦੇ ਨੇ, ਪਾਸਾ ਜਿਹਾ ਹੀ ਬਦਲ ਲਿਆ ਸੀ ਵਿੱਚ ਦੀ ਇਹਨਾਂ ਨੇ। ਇਹ ਮੇਰਾ ਖਿਆਲ ਹੈ ਇੱਕ ਵਾਰੀ ਖਹਿਰਾ ਸਾਹਿਬ ਨਾਲ ਵੀ ਚਲੇ ਗਏ ਸੀ। ਜੈ ਕਿਸ਼ਨ ਰੋੜੀ ਸਾਹਿਬ ਨੂੰ ਅੱਜ ਵਿਧਾਨ ਸਭਾ ਦੇ ਵਿੱਚ ਡਿਪਟੀ ਸਪੀਕਰ ਦਾ ਅਹੁਦਾ ਦਿੱਤਾ ਗਿਆ, ਕਿਉਂਕਿ ਆਮ ਆਦਮੀ ਪਾਰਟੀ ਇਸ ਵੇਲੇ ਬਹੁਗਿਣਤੀ ਦੇ ਵਿੱਚ ਹੈ। ਉਹਨਾਂ ਨੇ ਇਸ ਮਾਮਲੇ ਦੇ ਵਿੱਚ ਜੈ ਕਿਸ਼ਨ ਰੋੜੀ ਨੂੰ ਲਿਆ ਕੇ ਤੇ ਡਿਪਟੀ ਸਪੀਕਰ ਦਾ ਅਹੁਦਾ ਦੇ ਦਿੱਤਾ ਗਿਆ। ਇੱਕ ਮਾਨ ਮਰਿਆਦਾ ਹੈ, ਦੂਜੀ ਵਾਰ ਵਿਧਾਇਕ ਬਣੇ ਨੇ ਤੇ ਉਹਨਾਂ ਨੂੰ ਜੇ ਇਹ ਅਹੁਦਾ ਦਿੱਤਾ ਗਿਆ ਤਾਂ ਅਸੀਂ ਸਮਝਦੇ ਹਾਂ ਕਿ ਜਿਹੜੇ ਬੰਦੇ ਦੂਜੀ ਵਾਰ ਜਿੱਤ ਕੇ ਆਏ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਮਾਮਲਾ ਉਹ ਦਿੱਤਾ ਜਾਣਾ ਚਾਹੀਦਾ ਸੀ। ਇਹਨਾਂ ਦੇ ਹੁਣ 9 ਰਹਿ ਗਏ ਨੇ, ਇੱਕ ਮੁੱਖ ਮੰਤਰੀ, 10 7 ਵਿਅਕਤੀ ਅਜੇ ਹੋਰ MLA ਦੇ ਵਿੱਚੋਂ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾ ਸਕਦੇ ਨੇ। ਤੇ ਚਾਹੀਦਾ ਇਹ ਹੈ ਕਿ ਮਹਿਕਮਿਆਂ ਦਾ ਭਾਰ ਘਟੇ, ਮੰਤਰੀਆਂ ਕੰਮ ਵੱਧ ਕਰਨ, ਉਹਨਾਂ ਨੂੰ ਘਟਾ ਕੇ ਜੇ ਵਿਧਾਇਕਾਂ ਨੂੰ ਵੀ ਇਹਨਾਂ ਦੇ ਨਾਲ ਅਟੈਚ ਕਰ ਦਿੱਤਾ ਜਾਵੇ ਤਾਂ ਮੈਂ ਸਮਝਦਾ ਕਿ ਜਿੱਥੇ ਮੰਤਰੀਆਂ ਦਾ ਭਾਰ ਘਟੇਗਾ ਉੱਥੇ ਉਹਨਾਂ ਨੂੰ ਸਹਿਯੋਗ ਵੀ ਮਿਲੇਗਾ। ਹਾਲੇ ਬਹੁਤ ਸਾਰੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਕਮੇਟੀਆਂ ਬਣਨੀਆਂ ਨੇ ਉਹਨਾਂ ਦੇ ਵਿੱਚ ਵੀ ਵਿਧਾਇਕਾਂ ਦੀ ਜ਼ਿੰਮੇਵਾਰੀ ਲਾਈ ਜਾਂਦੀ ਹੈ ਜੀ। ਇਸ ਤੋਂ ਇਲਾਵਾ ਇੱਕ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਅਮਿਤ ਸ਼ਾਹ ਦੀ, ਤਾਂ ਇਹਨਾਂ ਨੂੰ ਸਿਰ ਕਲਮ ਕਰਨ ਦੀ ਜਿਹੜੀ ਆ ਉਹ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਵਿਅਕਤੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜੀ। ਇਹ ਹੈਦਰਾਬਾਦ ਤੋਂ ਦੱਸਿਆ ਜਾਂਦਾ ਹੈ ਜੀ। 41 ਇਹ ਧਾਰਾ ਹੈ CRPC ਦੀ, ਜ਼ਾਬਤਾ ਫੌਜਦਾਰੀ ਕਾਨੂੰਨ ਦੀ। ਉਹਦੇ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਗਿਆ, ਲੇਕਿਨ ਇਹ ਧਾਰਾ ਦੇ ਵਿੱਚ ਵਿਵਸਥਾ ਵੀ ਹੈਗੀ ਹੈ ਕਿ ਭਾਵੇਂ ਉਹਨੂੰ ਪਰਚਾ ਦਰਜ ਕਰ ਲਿਆ ਪਰ ਉਹਨੂੰ ਤੁਰੰਤ ਛੱਡਿਆ ਜਾ ਸਕਦਾ ਹੈ। ਇਸ ਕਰਕੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ, ਲੇਕਿਨ ਬਾਅਦ ਦੇ ਵਿੱਚ ਇਹਨੂੰ ਛੱਡ ਦਿੱਤਾ ਗਿਆ। ਅਸਲ ਦੇ ਵਿੱਚ ਇਸ ਨੇ ਜਿਹੜੀ ਨੂਪੁਰ ਨੇ ਪੈਗੰਬਰ ਦੇ ਵਿਰੋਧ ਦੇ ਵਿੱਚ ਟਿੱਪਣੀ ਕੀਤੀ ਸੀ, ਇਹਨਾਂ ਸੱਜਣਾ ਨੇ ਕਿਹਾ ਸੀ ਕਿ ਤੁਸੀਂ ਮਾਫੀ ਮੰਗ ਲਓ ਨਹੀਂ ਤਾਂ ਸਿਰ ਕਲਮ ਕਰ ਦਿੱਤੇ ਜਾਣਗੇ। ਇਹ ਭਾਰਤ ਵਰਸ਼ 'ਚ ਜਾ ਕਿੱਧਰ ਨੂੰ ਰਿਹਾ ਹੈ? ਜਿਹੜੀਆਂ ਅਸਲੀ ਸਮੱਸਿਆਵਾਂ ਨੇ ਉਹ ਬੇਰੁਜ਼ਗਾਰੀ ਦੀ ਹੈ, ਵੱਧਦੀ ਆਬਾਦੀ ਦੀ ਹੈ, ਬੇਕਾਰੀ ਦੀ ਹੈ ਤੇ ਹੋਰ ਨੇ। ਉਹਨਾਂ ਵੱਲ ਪਾਸਿਓਂ ਧਿਆਨ ਮੋੜ ਕੇ ਦੇਸ਼ ਨੂੰ ਕਿਸੇ ਹੋਰ ਪਾਸੇ ਵੱਲ ਤੋਰਿਆ ਜਾ ਰਿਹਾ ਹੈ। ਅੱਜ ਉਹ ਮਾਮਲੇ ਖੜੇ ਕੀਤੇ ਜਾ ਰਹੇ ਨੇ ਜਿਹਦੀ ਸਾਡਾ ਸੰਵਿਧਾਨ ਇਜਾਜ਼ਤ ਨਹੀਂ ਦਿੰਦਾ। ਕਹਿੰਦੇ ਆ ਕਿ ਧਰਮ ਅਨੇਕ ਭਾਰਤ ਏਕ, ਪਰ ਇਹ ਲੋਕ ਇਹਦੇ ਵਿੱਚ ਫੇਰ ਅਜਿਹੇ ਮਾਮਲੇ ਜਦੋਂ ਉਠਾਉਂਦੇ ਆ ਤਾਂ ਉਹਦੇ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਅਸਰ ਪੈਂਦਾ ਹੈ। ਸਾਨੂੰ ਇਸ ਤਰ੍ਹਾਂ ਦੇ ਜਿਹੜੇ ਇਹ ਸਿਰਫ ਫਿਰੇ ਲੋਕ ਨੇ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਇਹਨਾਂ ਨੂੰ ਇਸ ਤਰ੍ਹਾਂ ਦਾ ਮੌਕਾ ਨਹੀਂ ਦੇਣਾ ਚਾਹੀਦਾ ਜਿਹਦੇ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਅਸਰ ਪੈਂਦਾ ਹੋਵੇ। ਔਰ ਜਿਹੜੇ ਲੋਕ ਫਿਰ ਵੀ ਨਹੀਂ ਹਟਦੇ
ਉਹਨਾਂ ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਕੇ ਉਹਨਾਂ ਨੂੰ ਉਹਨਾਂ ਦੇ ਸਹੀ ਸਥਾਨ ਤੇ ਭੇਜਣਾ ਚਾਹੀਦਾ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਮਿੱਡੂ ਖਾਣਾ ਕਤਲकांड ਦੀ, ਤਾਂ ਮਿੱਡੂ ਖੇੜਾ ਕਤਲकांड ਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਰੀਬੀ ਸੀਗੇ ਜਿਹੜੇ ਉਹਨਾਂ ਦੇ ਮੈਨੇਜਰ ਦੱਸੇ ਜਾ ਰਹੇ ਨੇ ਸ਼ਗਨਪ੍ਰੀਤ, ਤਾਂ ਉਹਨਾਂ ਦੀ ਭੂਮਿਕਾ ਦੱਸੀ ਜਾ ਰਹੀ ਹੈ, ਜਿਸ ਦੇ ਚੱਲਦੇ ਉਹਨਾਂ ਨੇ ਹਾਈ ਕੋਰਟ ਤੋਂ ਰਾਹਤ ਦੀ ਮੰਗ ਕੀਤੀ ਸੀ, ਪਰ ਉਹ ਨਹੀਂ ਮਿਲੀ। ਉਹ ਬਿਲਕੁਲ ਨਹੀਂ ਮਿਲੀ। ਇਸ ਕਰਕੇ ਨਹੀਂ ਮਿਲੀ, ਉਹਨਾਂ ਨੇ ਕਿਹਾ ਸੀ ਕਿ ਉਹਦੀ ਸੁਰੱਖਿਆ ਨੂੰ ਖਤਰਾ ਹੈ। ਉਹ ਇਸ ਵੇਲੇ ਆਸਟ੍ਰੇਲੀਆ ਦੇ ਵਿੱਚ ਹੈ, ਤਾਂ ਅਦਾਲਤ ਨੇ ਆਖਿਆ ਵੀ ਇੱਥੇ ਫਿਰ ਸੁਰੱਖਿਆ ਕਾਹਦੇ ਵਾਸਤੇ ਹੋਗੀ? ਜਿਹੜਾ ਬੰਦਾ ਹੈ ਹੀ ਆਸਟ੍ਰੇਲੀਆ ਦੇ ਵਿੱਚ, ਉਹ ਕਹਿੰਦੇ ਨਹੀਂ ਜੀ ਆਉਣਾ ਚਾਹੁੰਦਾ ਹੈ। ਅਸਲ ਦੇ ਵਿੱਚ ਗੱਲ ਕੀ ਹੈ ਸੁਖਵੀਰ ਜੀ, ਇਸ ਵੇਲੇ ਜਿਹੜੀ ਅਦਾਲਤ ਦੇ ਵਿੱਚ ਛੁੱਟੀਆਂ ਨੇ, ਹੁਣ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਰੈਗੂਲਰ ਤੌਰ ਤੇ ਅਦਾਲਤਾਂ ਜੁੜਨਗੀਆਂ। ਜਿਹੜੀਆਂ ਇਸ ਵੇਲੇ ਕੰਮ ਚਾਲੂ ਅਦਾਲਤਾਂ ਸੀ, ਉਹ ਕਹਿੰਦੇ ਵੀ ਇਹਦੀ ਥਾਂ ਦੇ ਉੱਤੇ ਜਿਹੜੀਆਂ ਰੈਗੂਲਰ ਅਦਾਲਤਾਂ ਨੇ ਉਸ ਦੇ ਵਿੱਚ ਇਹਦਾ ਮਾਮਲਾ ਲਿਆਂਦਾ ਜਾਵੇ। ਇਹਦੇ ਤੇ ਤਾਂ ਹੀ ਤਾਂ ਉਹਨਾਂ ਨੇ ਜਿਹੜੀ ਅਗਲੀ ਪੇਸ਼ੀ ਦੀ ਤਰੀਕ ਹੈ ਉਹ 4 ਜੁਲਾਈ ਪਾ ਦਿੱਤੀ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ, ਤਾਂ ਜਲੰਧਰ ਦੇ ਕਈ ਥਾਵਾਂ ਦੇ ਉੱਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ। ਸੁਖਵੀਰ, ਮੈਨੂੰ ਇਸ ਗੱਲ ਦੇ ਵਿੱਚ ਬਹੁਤ ਹੈਰਾਨੀ ਹੋ ਰਹੀ ਹੈ ਕਿ ਥਾਂ ਦੇ ਉੱਤੇ ਖਾਲਿਸਤਾਨ ਦੇ ਨਾਅਰੇ, ਇਹਨੂੰ ਐਡੀ ਤੂਲ ਦਿੱਤੀ ਕਿਉਂ ਜਾ ਰਹੀ ਹੈ? ਜੀ, ਮਾਨਯੋਗ ਸੁਪਰੀਮ ਕੋਰਟ ਇਹ ਗੱਲ ਕਹਿੰਦੀ ਹੈ ਕਿ ਭਾਰਤ ਦੇ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਜੇ ਕੋਈ ਖਾਲਿਸਤਾਨ ਦੀ ਮੰਗ ਕਰਦਾ ਹੈ ਉਹ ਗੈਰ ਕਾਨੂੰਨੀ ਨਹੀਂ ਹੈਗੀ। ਕਦੇ ਸੰਗਰੂਰ ਦੇ ਐਸਡੀਐਮ ਦੀ ਕੋਠੀ ਦੇ ਉੱਤੇ ਕੋਈ ਖਾਲਿਸਤਾਨ ਦੇ ਨਾਅਰੇ ਲਿਖ ਦਿੰਦਾ ਹੈ, ਕਦੇ ਕਿਤੇ ਕੋਈ ਖਾਲਿਸਤਾਨ ਦੇ ਨਾਅਰੇ ਲਿਖ ਦਿੰਦਾ ਹੈ, ਕਦੇ ਲੁਧਿਆਣੇ 'ਚ ਲਿਖ ਦਿੰਦਾ ਹੈ, ਕਦੇ ਬਠਿੰਡੇ 'ਚ ਲਿਖ ਦਿੰਦਾ ਹੈ। ਤੇ ਹੁਣ ਇਹ ਜਲੰਧਰ ਦੇ ਪੀਏਪੀ ਕੰਪਲੈਕਸ ਦੇ ਵਿੱਚ, ਜਿੱਥੇ ਸਭ ਤੋਂ ਵੱਡਾ ਉਹਨਾਂ ਦੇ ਜਿਹੜੇ ਗੇਟ ਨੇ, ਉਹਨਾਂ ਦੇ ਉੱਤੇ 24 ਘੰਟੇ ਅਰਾਊਂਡ ਦੀ ਕਲੌਕ ਉੱਥੇ ਪਹਿਰਾ ਰਹਿੰਦਾ ਹੈ। ਤੇ ਫਿਰ ਜੇ ਉਹ ਦੀਵਾਰ ਤੇ ਲਿਖਿਆ ਗਿਆ, ਅੱਜ ਤਾਂ ਬੁਰਸ਼ ਲੈ ਕੇ ਕੋਈ ਖਾਲਿਸਤਾਨ ਲਿਖ ਗਿਆ, ਕੱਲ੍ਹ ਨੂੰ ਜੇ ਕੋਈ ਬੰਦੂਕ ਚੱਕ ਕੇ ਤੇ ਅੰਦਰ ਨੂੰ ਗੋਲੀਆਂ ਚਲਾਉਣ ਲੱਗਿਆ, ਉਹਦਾ ਪਤਾ ਕਿਵੇਂ ਲੱਗੇਗਾ? ਔਰ ਤੁਸੀਂ ਦੇਖੋ ਸਾਰਿਆਂ ਦੇ ਤਕਰੀਬਨ ਇੱਕੋ ਜਿਹੇ ਫੌਂਟ ਨੇ, ਲਿਖਾਈ ਮਿਲਦੀ ਜੁਲਦੀ ਲੱਗਦੀ ਹੈ। ਅਜਿਹੀ ਸਥਿਤੀ ਦੇ ਵਿੱਚ ਪੰਜਾਬ ਦਾ ਖੁਫੀਆ ਤੰਤਰ ਕਿੱਥੇ ਬੈਠਾ ਹੈ? ਜੇ ਪੁਲਿਸ ਦੇ ਕੰਪਲੈਕਸਾਂ ਤੇ ਜਾ ਕੇ ਹੀ ਲੋਕ ਇਸ ਤਰ੍ਹਾਂ ਮਨਮਰਜ਼ੀ ਦੇ ਨਾਅਰੇ ਲਿਖੀ ਜਾਂਦੇ ਆ, ਤੇ ਇਹਨਾਂ ਨੇ ਦੂਜਿਆਂ ਦੀ ਰੱਖਿਆ ਕੀ ਕਰਨੀ ਹੈ? ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੰਜਾਬ ਪੁਲਿਸ ਦੇ ਮੁਖੀ ਨੂੰ ਬੁਲਾ ਕੇ ਮੀਟਿੰਗ ਕਰਨੀ ਚਾਹੀਦੀ ਹੈ। ਪਰ ਮੀਟਿੰਗ ਕਿਹਦੇ ਨਾਲ ਕਰਨ? ਪੰਜਾਬ ਪੁਲਿਸ ਦੇ ਮੁਖੀ ਨੇ ਤਾਂ ਆਪਣੀ ਇੱਛਾ ਜ਼ਾਹਰ ਕਰਤੀ ਕਿ ਮੈਨੂੰ ਡੈਪੂਟੇਸ਼ਨ ਤੇ ਦਿੱਲੀ 'ਚ ਭੇਜਿਆ ਜਾਵੇ। ਤੇ ਜਦੋਂ ਕਿਸੇ ਬੰਦੇ ਦਾ ਮਨ ਹੀ ਨਾ ਲੱਗਦਾ ਹੋਵੇ, ਪੁਰਾਣਾ ਜ਼ਮਾਨਾ ਸੀ, ਇੱਕ ਫੀਮੇਲ ਜੀ ਨੇ ਘਰ ਦੇ ਵਿੱਚੋਂ ਅੱਟੀ ਸੱਟੀ ਲਾਈ ਹੋਈ ਸੀ, ਉਹ 10 ਦਿਨਾਂ ਤੋਂ ਕਹੀ ਜਾਵੇ ਫਲਾਣੇ ਦਿਨ ਨੂੰ ਆਪਣੇ ਘਰ ਦਾ ਇੱਕ ਜੀ ਹੈ ਨਹੀਂ ਭਾਈ, ਉਹ ਫੇਰ ਕਹਿ ਦੇ। ਤੇ ਪੁਰਾਣੀਆਂ ਭੋਲੀਆਂ ਪਾਲੀਆਂ ਸਾਡੀਆਂ ਬੁੜੀਆਂ ਕਹਿੰਦੀਆਂ, ਉਹ ਭਾਈ ਉਹ ਤਾਂ ਸਿਆਣੀ ਸੀ, ਉਹ ਤਾਂ ਕਈ ਦਿਨਾਂ ਤੋਂ ਕਹੀ ਜਾਂਦੀ ਸੀ ਵੀ ਆਪਣੇ ਘਰ ਦਾ ਇੱਕ ਜੀ ਨਹੀਂ ਜੀ। ਸੋ ਡੀਜੀਪੀ ਸਾਹਿਬ ਨੇ ਲਿਖ ਕੇ ਦਿੱਤਾ ਕਿ ਮੈਨੂੰ ਡੈਪੂਟੇਸ਼ਨ ਤੇ ਬਾਹਰ ਭੇਜਿਆ ਜਾਵੇ। ਅਗਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਨੂੰ ਨਵਾਂ ਡੀਜੀਪੀ ਮਿਲੇਗਾ। 2-3 ਨਾਂ ਉਹਦੇ ਵਿੱਚ ਚੱਲਦੇ ਨੇ। ਇੱਕ ਤਾਂ ਜਿਹੜੇ ਜਿਨ੍ਹਾਂ ਕੋਲ ਜੇਲ੍ਹਾਂ ਦਾ ਚਾਰਜ ਆ, ਹਰਪ੍ਰੀਤ ਸਿੰਘ ਸਿੱਧੂ, ਉਹਨਾਂ ਦਾ ਨਾਂ ਚੱਲਦਾ ਹੈ। ਇੱਕ ਸ਼ਾਇਦ ਗੌਤਮ ਚੀਮੇ ਦਾ ਵੀ ਚੱਲਦਾ ਹੈ, ਇੱਕ ਤਾਂ ਕੋਈ ਹੋਰ ਵੀ ਚੱਲਦਾ ਹੈ। ਇਹਨਾਂ ਨੇ ਇੱਥੋਂ ਲਾਉਣਾ ਹੈ ਜਾਂ ਕੋਈ ਦਿੱਲੀ ਤੋਂ ਫੜ ਕੇ ਲਿਆਉਣਾ ਹੈ, ਮੈਂ ਨਹੀਂ ਕਹਿ ਸਕਦਾ। ਲੇਕਿਨ ਇਹ ਮਾਮਲਾ ਜਿਹੜਾ ਪੀਏਪੀ ਦੀ ਕੰਧ ਤੇ ਉੱਤੇ ਲਿਖਿਆ ਗਿਆ, ਬੜੀ ਗੰਭੀਰਤਾ ਵਾਲਾ ਮਾਮਲਾ ਹੈ। ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਫਿਰ ਇਹ ਕਹਿ ਦਿਓ ਕਿ ਖਾਲਿਸਤਾਨ ਦਾ ਜਿੰਨਾ ਮਰਜ਼ੀ ਲਿਖੀ ਜਾਓ, ਜਦੋਂ ਸੰਵਿਧਾਨ ਕਹਿੰਦਾ ਲਿਖੋ, ਇਹ ਗੈਰ ਕਾਨੂੰਨੀ ਨਹੀਂ ਹੈਗਾ, ਤੇ ਫਿਰ ਇਹਦਾ ਤੂਲ ਨਾ ਫੜਾਇਆ ਜਾਵੇ। ਕੋਈ ਕਹਿੰਦਾ ਗੁਰਪਤਵੰਤ ਪੰਨੂ ਲਿਖਾਈ ਜਾਂਦਾ ਹੈ ਤੇ ਹੋਰਾਂ ਦੀ ਹਵਾਲਗੀ ਮੰਨੀ ਜਾਂਦੇ, ਫਿਰ ਪੰਨੂ ਨੂੰ ਵੀ ਫੜ ਲਿਓ। ਅਜੇ ਤੱਕ ਨਾ ਨੀਰਵ ਮੋਦੀ, ਸ਼ੀਰਵ ਮੋਦੀ, ਕਿਹੜੇ ਕਿਹੜੇ ਖੀਰਵ ਮੋਦੀ ਕਿਹੜੇ ਨੇ, ਉਹ ਤਾਂ ਕੋਈ ਅਜੇ ਤੱਕ ਆਇਆ ਨਹੀਂ। ਕਹਿੰਦੇ ਜਿਹੜੇ ਦੇਸ਼ ਦੇ ਇਹਨੂੰ ਵਿਜੇ ਮਾਲਿਆ, ਇਹ ਸਾਰੇ ਅਰਬਾਂ ਖਰਬਾਂ ਰੁਪਈਆ ਚੂਨਾ ਲਾ ਕੇ ਵਿਦੇਸ਼ਾਂ 'ਚ ਐਸ਼ ਕਰਦੇ ਫਿਰਦੇ ਨੇ। ਜੇ ਕੋਈ ਕਿਸਾਨ ਜਾਂ ਮਜ਼ਦੂਰ
ਕੋਈ 1500 ਦਾ ਡਿਫਾਲਟਰ ਹੋ ਜੇ ਉਹਨੂੰ ਮਸ਼ਕਾਂ ਦੇ ਕੇ ਬੰਨ ਕੇ ਹਵਾਲਾਤ 'ਚ ਸੁੱਟ ਕੇ ਤੇ ਜੇਲ੍ਹ 'ਚ ਭੇਜ ਦਿੰਦੇ ਨੇ। ਇਹ ਹੋਰਾਂ ਵਾਸਤੇ ਕਾਨੂੰਨ ਹੋਰ, ਦੂਜਿਆਂ ਵਾਸਤੇ ਹੋਰ। ਜਦੋਂ ਤੱਕ ਇਹ ਪਾੜਾ ਰਹੇਗਾ ਉਦੋਂ ਤੱਕ ਦੇਸ਼ ਵਿੱਚ ਸਥਿਰਤਾ ਵਾਲਾ ਮਾਹੌਲ ਨਹੀਂ ਬਣ ਸਕਦਾ। ਤਾਂ ਸਾਡੇ ਦੇਸ਼ ਦੇ ਮਾਣਯੋਗ ਹੁਕਮਰਾਨੋਂ ਸਾਡੇ ਦੇਸ਼ ਨੂੰ ਜੇ ਸਥਿਰ ਰੱਖਣਾ ਤਾਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖੋ ਜੀ। ਜੇਕਰ ਗੱਲ ਕੀਤੀ ਹੈ ਪਿਛਲੀ ਸਰਕਾਰ ਦੀ, ਪਿਛਲੀ ਸਰਕਾਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਲਾਟਰੀ ਘੁਟਾਲਾ ਹੋਇਆ ਸੀ, ਜਿਸ ਨੂੰ ਲੈ ਕੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਨੇ ਜਿਹੜਾ ਕਾਂਗਰਸ ਸਰਕਾਰ ਤੇ ਜਿਹੜਾ ਸਵਾਲ ਚੁੱਕੇ ਨੇ, ਜੋ ਕਿ ਪਿਛਲੀ ਵਾਰੀ ਸੀ। ਇਹ ਲਾਟਰੀ ਵਾਲਾ ਮਾਮਲਾ ਜੀ, ਕਹਿੰਦੇ ਵੀ ਪਹਿਲਾਂ ਜਿਹੜੀ ਲਾਟਰੀ ਸੀ ਇਹ 65 ਕਰੋੜ ਦੀ ਦਿੱਤੀ ਗਈ ਤੇ ਕੁਝ ਸਮਾਂ ਬਾਅਦ ਉਸੇ ਬੰਦੇ ਨੂੰ 35 ਕਰੋੜ ਦੀ ਦੇਤੀ। ਇਹ 30 ਕਰੋੜ ਰੁਪਏ ਦਾ ਫਰਕ ਕਿਉਂ ਰਹਿ ਗਿਆ? ਇਹ ਮਾਮਲਾ ਉਹਨਾਂ ਨੇ ਉਠਾਇਆ ਤੇ ਦੱਸਿਆ ਕਿ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਿਆ ਹੈ, ਇਸ ਕਰਕੇ ਅਸੀਂ ਇਹਦੀ ਜਾਂਚ ਕਰਾ ਰਹੇ ਹਾਂ। ਤੇ ਪਿਛਲੀ ਸਰਕਾਰ ਦਾ ਕੋਈ ਮੰਤਰੀ ਸੰਤਰੀ ਅਧਿਕਾਰੀ ਕੋਈ ਵੀ ਹੈ, ਉਹਦੇ ਤੇ ਫਿਰ ਕਾਨੂੰਨ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਇਸੇ ਤਰ੍ਹਾਂ ਉਹਨਾਂ ਨੇ ਸੱਟੇਬਾਜ਼ੀ ਤੇ ਵੀ ਕਿਹਾ ਹੈ ਕਿ ਸੱਟੇਬਾਜ਼ੀ ਬਹੁਤ ਲੱਗਦੀ ਹੈ, ਇਹਦੇ ਤੇ ਵੀ ਮੌਜੂਦਾ ਸਰਕਾਰ ਜਾਂਚ ਕਰਾ ਰਹੀ ਹੈ। ਇਹਦੇ ਨਾਲ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਨਵਰੀ 2022 ਤੋਂ ਲੈ ਕੇ ਮਈ 2022 ਤੱਕ 16.5 ਕਰੋੜ ਦੀ ਆਮਦਨ ਹੋਈ ਹੈ ਤੇ ਹੁਣ ਤੱਕ ਜਿਨ੍ਹਾਂ ਨੇ ਇਸ ਮਾਮਲੇ ਨੂੰ ਚੂਨਾ ਲਾਉਣ ਦਾ ਯਤਨ ਕੀਤਾ, ਹੇਰਾਫੇਰੀ ਕੀਤੀ ਹੈ, ਗੜਬੜੀਆਂ ਕੀਤੀਆਂ ਨੇ, ਉਹਨਾਂ ਮਾਮਲਿਆਂ ਦੇ ਵਿੱਚ ਲਗਭਗ 71 ਬੰਦਿਆਂ ਤੇ ਪਰਚਾ ਦਰਜ ਵੀ ਕਰ ਦਿੱਤਾ ਗਿਆ ਜਲੰਧਰ 'ਚ। ਇਹ ਜਾਣਕਾਰੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਦੇ ਵਿੱਚ ਆਪਣੇ ਵੱਲੋਂ ਦਿੱਤੀ ਹੈ ਜੀ। ਜੇਕਰ ਗੱਲ ਕੀਤੀ ਹੋਵੇ ਪਿੰਡਾਂ ਦੀ, ਤਾਂ ਪਿੰਡਾਂ ਨੂੰ ਲੈ ਕੇ ਕੇਜਰੀਵਾਲ ਨੇ ਇੱਕ ਵੱਡਾ ਫੈਸਲਾ ਕੀਤਾ ਹੈ। ਉਸ ਨੇ 2 ਕਰੋੜ ਦੀ ਜਿਹੜੀ ਗ੍ਰਾਂਟ ਆ ਹਰ ਪਿੰਡ ਨੂੰ ਦੇਣ ਦਾ ਐਲਾਨ ਬਜਟ ਦੇ ਵਿੱਚ ਰੱਖੀ ਹੈ ਜੀ। ਭੰਗੂ ਸਾਹਿਬ, ਦਿੱਲੀ ਦੇ ਵਿੱਚ ਪਿੰਡ ਕਿੰਨੇ ਨੇ? ਇੱਕ ਤਹਿਸੀਲ ਜਿੰਨੇ ਨਹੀਂ ਜੀ। ਇਹ ਕਹਿੰਦੇ ਨੇ ਦਿੱਲੀ ਆ ਕਰਤਾ। ਦਿੱਲੀ ਦੇ ਵਿੱਚ ਬਹੁਤ ਕੁਝ ਪੋਸੀਬਲ ਹੋ ਸਕਦਾ। ਪਹਿਲਾਂ ਤਾਂ ਉੱਥੇ ਆਮਦਨ ਵੱਧ ਹੈ, ਉਹਨੂੰ ਪੰਜਾਬ ਜਾਂ ਹੋਰਨਾਂ ਨਾਲ ਮੁਕਾਬਲੇਬਾਜ਼ੀ ਨਾ ਕੀਤੀ ਜਾਵੇ। ਦਿੱਲੀ ਦੇ ਵਿੱਚ ਤਾਂ ਇਹ ਸਾਰਾ ਕੁਝ ਪੋਸੀਬਲ ਹੈ। ਉਹਨੇ ਤਾਂ ਪਰਾਲੀ ਵਾਸਤੇ ਵੀ ਕਹਿਤਾ ਸੀ ਕਿ ਇੰਨਾ ਸੜਕਾਂ ਵਾਸਤੇ ਅਸੀਂ ਦੇਤਾ। ਜ਼ਮੀਨ ਕਿੰਨੀ ਹੈ? ਉਹਨੂੰ ਹਰਿਆਣਾ, ਪੰਜਾਬ, ਯੂਪੀ, ਰਾਜਸਥਾਨ ਦੇ ਨਾਲ ਮੁਕਾਬਲਾ ਨਾ ਕੀਤਾ ਜਾਵੇ। ਨਾਲੇ ਗਿਣਤੀ ਜਾਰੀ ਕਰਨ ਕਿ ਦਿੱਲੀ ਦੇ ਪਿੰਡ ਕਿੰਨੇ ਨੇ ਤੇ ਪੰਜਾਬ ਦੇ ਪਿੰਡ ਤਾਂ 13,000 ਹੈ, ਛੋਟੇ ਵੱਡੇ ਰਲਾ ਕੇ। ਪੰਜਾਬ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ। ਜੇ ਪੰਜਾਬ ਦੇ ਵਿੱਚ ਕੇਜਰੀਵਾਲ ਦੀ ਤਰਜ਼ ਦੇ ਉੱਤੇ 2 ਦੀ ਬਜਾਏ ਕਰੋੜ ਰੁਪਇਆ ਵੀ ਪਿੰਡਾਂ ਨੂੰ ਦੇ ਦਿੱਤਾ ਜਾਵੇ ਤਾਂ 13,000 ਕਰੋੜ ਬਣਦਾ ਹੈ ਜੀ। ਦਿੱਲੀ ਦੇ ਵਿੱਚ ਇਹ ਕਿੰਨਾ ਕੁ ਬਣਦਾ ਹੈ? ਇਹ ਦਿੱਲੀ ਨਾਲ ਜਿਹੜੀ ਕੱਲ ਪ੍ਰਗਟ ਸਿੰਘ ਨੇ ਗੱਲ ਕਹਿਤੀ ਕਿ ਐਵੇਂ ਦਿੱਲੀ ਨੂੰ ਲੈ ਕੇ ਮਿਆਉਂ ਕਰਨ ਲੱਗ ਜਾਂਦੇ ਹੋ। ਆ ਜਿਹੜਾ ਮੌਜੂਦਾ ਹਸਪਤਾਲ ਨੇ ਉਹ ਸੁਧਾਰ ਲਓ, ਮੌਜੂਦਾ ਸਕੂਲ ਸੁਧਾਰ ਲਓ। ਜਦੋਂ ਦਿੱਲੀ ਐਜੂਕੇਸ਼ਨ ਸਿੱਖਿਆ ਦੇ ਵਿੱਚ ਪਹਿਲੇ ਨੰਬਰ ਤੇ ਸੀ, ਬੜਾ ਪ੍ਰਚਾਰ ਕੀਤਾ, ਤੇ ਹੁਣ ਜਦੋਂ ਦਿੱਲੀ 6ਵੇਂ ਨੰਬਰ ਤੇ ਖਿਸਕੀ, ਪੰਜਾਬ ਪਹਿਲੇ ਨੰਬਰ ਤੇ ਸਰਵੇ 'ਚ ਆ ਗਿਆ, ਤੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਇਹ ਤਾਂ ਫਰਜ਼ੀ ਅੰਕੜੇ ਹੋ ਸਕਦੇ ਹੈ। ਉਹਨੇ ਸਵਾਲ ਕੀਤਾ ਕਿ ਪੰਜਾਬ ਦਾ ਮੁੱਖ ਮੰਤਰੀ ਦਿੱਲੀ ਨਾਲ ਖੜਦਾ ਕਿ ਪੰਜਾਬ ਨਾਲ ਖੜਦਾ ਹੈ? ਔਰ ਜਿਹੜਾ ਭਾਸ਼ਣ ਕੱਲ ਪ੍ਰਗਟ ਸਿੰਘ ਨੇ ਦਿੱਤਾ, ਮੈਨੂੰ ਬਹੁਤ ਘੱਟ ਲੋਕਾਂ ਬਾਰੇ ਕਹਿਣਾ ਪੈਂਦਾ ਕਿ ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਬਾਕਾਇਦਾ ਤਿਆਰੀ ਕਰਕੇ ਜਾਂਦੇ ਨੇ, ਨਹੀਂ ਤਾਂ ਇੱਥੇ ਇਹੋ ਜਿਹੇ ਤੁਰੇ ਫਿਰਦੇ ਆ। ਸਪੀਕਰ ਸਾਹਿਬ, ਤੁਸੀਂ ਬੜਾ ਵਿਤਕਰਾ ਕਰਦੇ ਹੋ। 92 ਬੰਦਿਆਂ ਨੂੰ ਘੱਟ ਸਮਾਂ ਦਿੰਦੇ ਹੋ, ਦੂਜਿਆਂ ਨੂੰ ਵੱਧ ਦਿੰਦੇ ਹੋ। ਉਹ ਤੁਸੀਂ ਵੀ ਉੱਥੇ ਤੱਕ ਪਹੁੰਚੋ, ਕੋਈ ਕੰਮ ਦੀ ਗੱਲ ਲੈ ਕੇ ਜਾਓ, ਸਮਾਂ ਤੁਹਾਨੂੰ ਆਪਣੇ ਆਪ ਮਿਲ ਜਾਏਗਾ। ਜਿਹੜੇ ਲੋਕ ਕੰਮ ਦੀਆਂ ਗੱਲਾਂ ਲੈ ਕੇ ਗਏ ਨੇ, ਜਾਂਦੇ ਹੈ, ਤੇ ਤੁਹਾਡੇ ਵਾਲੇ ਜਿਹੜੇ ਪਹਿਲੀ ਵਾਰ ਪੌੜੀਆਂ ਚੜ੍ਹੇ ਹੈ, ਇਹਨਾਂ ਨੂੰ ਉਹਨਾਂ ਤੋਂ ਵੀ ਕੁਝ ਸਿੱਖ ਲੈਣਾ ਚਾਹੀਦਾ ਹੈ। ਪਰ ਸਪੀਕਰ ਸਾਹਿਬ ਨੇ, ਮੈਂ ਸਲਾਹਨਾ ਕਰਦਾ ਇਸ ਗੱਲ ਦੀ, ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਕੁਲਤਾਰ ਸਿੰਘ ਸੰਧਵਾ ਹੋਰਾਂ ਨੇ ਦੂਜਿਆਂ ਨੂੰ ਵੀ ਨਾਲ ਲਾ ਕੇ ਰੱਖਿਆ। ਜੇ ਕਿਸੇ ਦੇ ਪੱਲੇ ਦਾਣੇ ਹੈ, ਉਹ ਕੋਈ ਚੱਜ ਦੀ ਗੱਲ ਕਰਦਾ ਤਾਂ ਭਾਵੇਂ ਲੱਖ ਵਿਰੋਧੀ ਹੋਵੇ, ਸੁਣ ਲੈਣੀ ਚਾਹੀਦੀ ਹੈ ਜੀ।
ਜੇਕਰ ਗੱਲ ਕੀਤੀ ਹੈ ਜੱਗੂ ਭਗਵਾਨਪੁਰੀਆ ਦੀ ਤਾਂ ਸਿੱਧੂ ਮੂਸੇਵਾਲਾ ਕਤਲकांड ਦੇ ਨਾਲ ਉਸ ਦੀਆਂ ਤਾਰਾਂ ਜੁੜੀਆਂ ਸਨ, ਜਿਸ ਤੋਂ ਬਾਅਦ 7 ਦਿਨ ਦਾ ਰਿਮਾਂਡ ਆ ਜਿਹੜਾ ਮਾਨਸਾ ਅਦਾਲਤ ਦੇ ਵੱਲੋਂ ਦਿੱਤਾ ਗਿਆ। ਉਹ ਦਿੱਲੀ ਤੋਂ ਰਾਹਦਾਰੀ ਰਿਮਾਂਡ ਤੇ ਪਹਿਲਾਂ ਲਿਆਂਦਾ ਗਿਆ, ਉਸੇ ਤਰ੍ਹਾਂ ਜਿਵੇਂ ਲਾਰੈਂਸ ਬਿਸ਼ਨੋਈ ਲਿਆਂਦਾ ਸੀ, ਤੇ ਫਿਰ ਇੱਥੇ ਆ ਕੇ ਉਹਨੂੰ ਅੱਜ ਸਵੇਰੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਾਂ ਕਹਿ ਦਿੰਦੇ ਆ ਵੀ ਇਲਾਕਾ ਮੈਜਿਸਟ੍ਰੇਟ ਹੈ। ਉਹਨਾਂ ਨੇ ਉਹਦਾ 7 ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਹੈ। ਮਾਨਸਾ ਦੇ CIA ਸਟਾਫ ਦੇ ਹਵਾਲੇ ਕਰਤਾ। ਹੁਣ ਉਹ ਉਹਨਾਂ ਤੋਂ ਪੁੱਛਗਿੱਛ ਕਰਨਗੇ। ਇਹ ਲਾਰੈਂਸ ਬਿਸ਼ਨੋਈ ਵਾਂਗੂ ਐਵੇਂ ਜਿਵੇਂ ਰਹਿ ਜਾਏਗਾ, ਜਾਂ ਕੋਈ ਗੱਲ ਗਾਹਾਂ ਤੋਰਨਗੇ। ਕਹੀ ਜਾਂਦੇ ਨੇ ਕਿ ਉਹਦੀਆਂ ਤਾਰਾਂ ਫਲਾਣੇ ਨਾਲ ਜੁੜ ਗਈਆਂ, ਸ਼ਾਰਪ ਸ਼ੂਟਰ ਉਹਨੇ ਭੇਜੇ ਸੀ, ਕਿਹਨੇ ਭੇਜੇ ਸੀ। ਮਹੀਨੇ ਤੋਂ 1 ਦਿਨ ਉੱਪਰ ਲੰਘ ਗਿਆ, ਪਰ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ। ਅੱਕਾਂ 'ਚ ਅੱਕੀ ਪਲਾਹੀ ਡਾਂਗਾ ਮਾਰਦੇ ਫਿਰਦੇ ਆ, ਸੱਪ ਨਿਕਲ ਗਿਆ, ਲਕੀਰਾਂ ਕੁੱਟੀ ਜਾਂਦੇ ਆ। ਕੋਈ ਨਾ ਕੋਈ ਚੱਜ ਕਿਸੇ ਸਿਰੇ ਲਾ ਕੇ ਦਿਖਾਓ, ਨਹੀਂ ਤਾਂ ਇਹ ਭੇਦ ਐਸੇ ਤਰ੍ਹਾਂ ਭੇਦ ਜਿਵੇਂ ਕਹਿੰਦੇ ਆ ਕਿ ਰਾਜ ਕੋ ਰਾਜ ਰਹਿਣੇ ਦਿਓ, ਉਹਨੂੰ ਛੇੜੋ ਨਾ। ਮੈਨੂੰ ਲੱਗਦਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀਆਂ ਸ਼ਖਸੀਅਤਾਂ ਨੇ, ਬਹੁਤ ਵੱਡੇ ਲੋਕ ਨੇ, ਜਿਹਦੇ ਕਰਕੇ ਸੂਈ ਆ ਜਿਹੜੀ ਉਧਰਲੇ ਪਾਸੇ ਨੂੰ ਤੁਰਦੀ ਹੋਈ ਨਹੀਂ। ਜੀ, ਜੇਕਰ ਗੱਲ ਕੀਤੀ ਹੈ ਪਰਾਲੀ ਸਾੜਨ ਦੀ, ਤਾਂ ਪਰਾਲੀ ਸਾੜਨ ਨੂੰ ਲੈ ਕੇ ਕੁਝ ਮਸ਼ੀਨਾਂ ਜਿਹੜੀਆਂ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਣ ਦੀ ਗੱਲ ਕੀਤੀ ਗਈ ਸੀ ਤੇ ਗ੍ਰਾਂਟ ਆਈ ਸੀ, ਜਿਸ ਨੂੰ ਲੈ ਕੇ ਹੁਣ ਉਸਦੀ ਜਾਂਚ ਆ ਜਿਹੜੀ ਆ ਉਹ ED ਵੱਲੋਂ ਕਰਨ ਦੇ ਹੁਕਮ ਦੇ ਦਿੱਤੇ ਨੇ। ED ਵੱਲੋਂ ਕੀਤੀ ਜਾ ਸਕਦੀ ਹੈ, ਇਹ ਇਸ਼ਾਰਾ ਆ ਗਿਆ ਜੀ। ਇਹ 2018 ਤੋਂ ਸ਼ੁਰੂ ਹੋਈ ਸੀ, ਜਦੋਂ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਤੇ ਮਾਮਲਾ ਵੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੇ ਵਿੱਚ ਜਿਹੜਾ ਬੰਦਾ ਖੇਤੀਬਾੜੀ ਮੰਤਰੀ ਬਣਾਇਆ ਸੀ, ਕਾਕਾ ਰਣਦੀਪ ਸਿੰਘ, ਉਹਨੇ ਉਠਾਇਆ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਇੱਕ ਚਿੱਠੀ ਲਿਖ ਕੇ। ਇਹ 1178 ਕਰੋੜ ਦੀ ਗ੍ਰਾਂਟ ਕੇਂਦਰ ਸਰਕਾਰ ਨੇ ਪੰਜਾਬ ਕੋਲੇ ਭੇਜੀ ਕਿ ਤੁਸੀਂ ਮਸ਼ੀਨਾਂ ਖਰੀਦ ਕੇ ਕਿਸਾਨਾਂ ਨੂੰ ਦਿਓ ਤਾਂ ਕਿ ਪਰਾਲੀ ਦੀ ਅੱਗ ਨਾ ਲੱਗੇ। ਜਦੋਂ ਇਸ ਤਰ੍ਹਾਂ ਦੀਆਂ ਸਰਕਾਰੀ ਮਦਦਾਂ ਆਉਂਦੀਆਂ ਨੇ, ਉਹ ਮਸ਼ੀਨਾਂ ਦੀਆਂ ਕੀਮਤਾਂ ਰਾਤੋਂ ਰਾਤ ਦੁੱਗਣੀਆਂ ਕਰ ਦਿੱਤੀਆਂ ਜਾਂਦੀਆਂ ਨੇ। ਔਰ ਜਿਹੜੀ ਦੁੱਗਣੀ ਹੁੰਦੀ ਆ, ਜਿਹੜੀਆਂ ਸਬਸਿਡੀਆਂ ਹੁੰਦੀਆਂ ਨੇ, ਉਹਦੇ ਵਿੱਚ ਫਿਰ ਬਹੁਤ ਕੁਝ ਘਾਲੇ ਮਾਲੇ ਹੁੰਦੇ ਨੇ। ਸਥਿਤੀ ਇਹ ਦੱਸਦੀ ਹੈ ਕਿ 2018-19 ਲਈ ਆਇਆ ਸੀ 269 ਕਰੋੜ, 19-20 ਲਈ 10 ਕਰੋੜ ਵੱਧ ਗਿਆ, 272 ਕਰੋੜ ਹੋ ਗਿਆ, 20-21 ਲਈ 304 ਕਰੋੜ, ਅਤੇ 21-22 ਲਈ ਇਹ ਹੋਰ ਵੱਧ ਕੇ 333 ਕਰੋੜ ਤੇ ਪਹੁੰਚ ਗਿਆ। ਇਹ ਸਾਰੇ ਦਾ ਸਾਰਾ ਪੈਸਾ ਕਿਸੇ ਹੋਰ ਖੱਡ 'ਚ ਹੀ ਵਾੜਤਾ। ਜਿਵੇਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੇਲੇ ਜਿਹੜਾ ਜਾਂਦਿਆਂ ਮਾਰਚ 2017 'ਚ 31,000 ਕਰੋੜ ਦਾ ਕੈਸ਼ ਕ੍ਰੈਡਿਟ ਲਿਮਟ ਉਹ ਪੰਜਾਬ ਦੇ ਸਿਰ ਤੇ ਕਰਜ਼ਾ ਚੜਾ ਕੇ ਤੁਰ ਗਏ। ਇਹ ਜਿਹੜਾ 1178 ਕਰੋੜ ਆਇਆ, ਇਹਦਾ ਹਿਸਾਬ ਕਿਤਾਬ ਹੋਣਾ ਚਾਹੀਦਾ ਹੈ ਕਿ ਜਿਹੜੇ ਪੈਸੇ ਆਏ ਸੀ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ, ਕਿਉਂਕਿ ਖੇਤੀਬਾੜੀ ਮੰਤਰੀ ਵੀ ਕੈਪਟਨ ਅਮਰਿੰਦਰ ਸਿੰਘ ਹੀ ਸੀ, ਤੇ ਉਹਨੇ ਖੇਤੀ ਦੀਆਂ ਕਿੰਨੀਆਂ ਕੁ ਬੈਠਕਾਂ ਕੀਤੀਆਂ ਤੁਹਾਡੇ ਸਾਹਮਣੇ ਆ। ਤੇ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਹਦੀ ਜਾਂਚ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ 1178 ਕਰੋੜ ਰੁਪਈਆ ਇਹ ਕਿੱਧਰ ਤੋੜਤਾ। ਜੇ ਇੱਕ ਕਰੋੜ ਵੀ ਦਿੱਤਾ ਜਾਂਦਾ 117 ਹਲਕਿਆਂ ਨੂੰ, ਜਾਂ 10-10 ਕਰੋੜ ਵੀ ਦਿੱਤਾ ਜਾਂਦਾ, ਤਾਂ 1170 ਕਰੋੜ ਬਣ ਜਾਂਦਾ। 8 ਕਰੋੜ ਫਿਰ ਬਚਦਾ ਸੀ। ਇੱਕ ਹਲਕੇ ਨੂੰ 10 ਕਰੋੜ ਮਿਲ ਜਾਂਦਾ ਵਿਕਾਸ ਵਾਸਤੇ ਜੀ। ਤੇ ਜਿਹੜਾ ਨਹੀਂ ਦਿੱਤਾ ਗਿਆ ਉਹ ਕਿਹੜੀ ਖੱਡ 'ਚ ਪਾਇਆ ਗਿਆ, ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਜੀ, ਜੇਕਰ ਗੱਲ ਕੀਤੀ ਜਾਵੇ ਤਰਨਤਾਰਨ ਦੀ, ਤਾਂ ਤਰਨਤਾਰਨ ਦੇ ਵਿੱਚ ਬਿਜਲੀ ਮੁਲਾਜ਼ਮਾਂ ਉੱਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਨੇ, ਇਹ ਬਿਲਕੁਲ ਦਰੁਸਤ ਹੈ ਜੀ। ਕਹਿੰਦੇ ਉਹ ਜਾਂਚ ਕਰਨ ਵਾਸਤੇ ਗਏ ਸੀ ਬਿਜਲੀ ਮੁਲਾਜ਼ਮ ਤਰਨਤਾਰਨ ਦੇ ਇੱਕ ਪਿੰਡ ਦੇ ਵਿੱਚ। ਉਹਦੇ ਵਿੱਚ SDO ਨੇ ਨਰਿੰਦਰ ਸਿੰਘ, ਹੋਰ ਟੀਮ, ਜਦੋਂ ਇੱਕ ਵਿਅਕਤੀ ਦਾ ਜਾ ਕੇ ਦਰਵਾਜ਼ਾ ਖੜਕਾਇਆ, ਉਹ ਕੋਠੇ ਤੇ ਚੜ੍ਹ ਗਿਆ ਤੇ ਗੋਲੀਆਂ ਚਲਾਤੀਆਂ। ਇਹ ਜਿਹੜਾ ਬਾਰਡਰ ਜ਼ੋਨ ਹੈ ਨਾ, ਇਹ ਬਿਜਲੀ ਚੋਰੀ ਦੇ ਵਿੱਚ 1 ਨੰਬਰ ਤੇ ਹੈ, ਜਿਹਦੇ ਵਿੱਚ ਤਰਨਤਾਰਨ, ਅੰਮ੍ਰਿਤਸਰ, ਗੁਰਦਾਸਪੁਰ ਦੇ ਏਰੀਏ ਆਉਂਦੇ ਨੇ। ਦੂਜੇ ਨੰਬਰ ਤੇ ਆ ਪੱਛਮ ਜ਼ੋਨ, ਜਿਹਦੇ ਵਿੱਚ ਬਠਿੰਡਾ, ਫਿਰੋਜ਼ਪੁਰ, ਫਰੀਦਕੋਟ, ਮਾਨਸਾ
ਤੇ ਫਾਜ਼ਿਲਕਾ ਇਹ ਏਰੀਏ ਆਉਂਦੇ ਨੇ। ਭਾਵ ਇੱਥੇ ਤਾਂ ਇੱਕ ਡਿਪਟੀ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ, ਤੁਸੀਂ ਕੁੰਡੀਆਂ ਲਾਉਂਦੇ ਸੀ ਨਾ ਆਪਣੀ ਸਰਕਾਰ 'ਚ, ਬਣਾ ਦਿਓ, ਫੇਰ ਲਾ ਲਿਆ ਕਰੋ, 3-3 ਚੜੋ, ਕਾਗਜ਼ ਰੱਖੋ, ਮੋਟਰਸਾਈਕਲਾਂ ਦੇ ਨਾਂ ਰੱਖੋ, ਕੋਈ ਫਰਕ ਨਹੀਂ ਪੈਂਦਾ। ਇਹ ਰਾਜਸੀ ਲੋਕ ਦਿੰਦੇ ਨੇ ਹੱਲਾਸ਼ੇਰੀਆਂ, ਤੇ ਜੇ ਮੌਜੂਦਾ ਸਰਕਾਰ ਇਸ ਪਾਸੇ ਵੱਲ ਤੁਰੀ ਹੈ, ਸਾਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ, ਉਹਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ। ਤੇ ਜਿਹਨੇ ਇਹ ਤਰਨਤਾਰਨ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕੀਤਾ ਹੈ, ਉਹ ਜਿਹੜੇ ਮਰਜ਼ੀ ਦੇ ਨੇੜੇ ਹੋਵੇ, ਤੁਰੰਤ ਪੁਲਿਸ ਨੂੰ ਉਹਨੂੰ ਗ੍ਰਿਫਤਾਰ ਕਰਕੇ ਉਹਨੂੰ ਸਹੀ ਟਿਕਾਣੇ ਦੇ ਉੱਤੇ ਜਲਦੀ ਤੋਂ ਜਲਦੀ ਉਹਦਾ ਚਲਾਨ ਪੇਸ਼ ਕਰਕੇ ਭੇਜਣਾ ਚਾਹੀਦਾ ਹੈ। ਜੀ, ਸੂਬੇ ਭਰ ਦੇ ਵਿੱਚ ਗਰਮੀ ਦਾ ਪੱਧਰ ਕਾਫੀ ਉੱਚਾ ਜਿਹੜਾ ਵੱਧਦਾ ਜਾ ਰਿਹਾ ਸੀਗਾ, ਜਿਸ ਤੋਂ ਬਾਅਦ ਹੁਣ ਕੁਝ ਇਲਾਕਿਆਂ ਦੇ ਵਿੱਚ ਜਿਹੜਾ ਭਾਰੀ ਮੀਂਹ ਪਿਆ ਤੇ ਰਾਹਤ ਮਿਲੀ ਹੈ। ਜੀ ਦੇਖੋ, ਇਹ ਮੌਨਸੂਨ ਆ ਗਿਆ। ਮੌਨਸੂਨ ਪਰਸੋਂ ਦਿੱਲੀ 'ਚ ਆਇਆ ਵਾ ਸੀ ਤੇ ਗਾਹਾਂ ਨੂੰ ਪਹੁੰਚ ਗਿਆ। ਅੱਜ ਪੰਜਾਬ ਦੇ ਵੀ ਕਈ ਖੇਤਰਾਂ ਦੇ ਵਿੱਚ ਮੌਨਸੂਨ ਦੀ ਪਹਿਲੀ ਚੰਗੀ ਬਰਸਾਤ ਹੋਈ ਹੈ, ਜਿਹਨੇ ਜਿੱਥੇ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਸਭ ਤੋਂ ਵੱਧ ਜੇ ਆਕਸੀਜਨ ਦਾ ਕੰਮ ਕੀਤਾ। 13,000 ਮੈਗਾਵਾਟ ਤੋਂ ਵੱਧ ਬਿਜਲੀ ਦੀ ਮੰਗ ਚੱਲ ਰਹੀ ਸੀ, ਉੱਥੇ ਬਿਜਲੀ ਦੀ ਜਿਹੜੀ ਵਧੀ ਹੋਈ ਮੰਗ ਨੂੰ ਰਾਹਤ ਦਿੱਤੀ ਹੈ। ਇਸ ਕਰਕੇ ਇਹਦੇ ਨਾਲ ਬਿਜਲੀ ਨਿਗਮ ਨੂੰ ਵੀ ਫਾਇਦਾ ਹੋਇਆ ਹੈ। ਕੋਲੇ ਵਾਲਾ ਮਾਮਲਾ ਵੀ ਵਾਹਵਾ ਉਲਝਿਆ ਵਾ ਸੀਗਾ, ਤੇ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਬਹੁਤਾ ਕੁਦਰਤ ਨੇ ਆਪਣਾ ਏਅਰ ਕੰਡੀਸ਼ਨ ਲਾਇਆ ਹੈ। ਬਰਸਾਤ ਵੀ ਹੋਈ ਹੈ, ਮਾੜਾ ਮੋਟਾ ਪਾਣੀ ਥੱਲੇ ਨੂੰ ਵੀ ਜਾਵੇਗਾ। ਝੋਨੇ ਦੇ ਰਾਹੀਂ ਜਿਹੜਾ ਪਾਣੀ ਅਸੀਂ ਖਿੱਚ ਰਹੇ ਸੀ, ਉਹਦਾ ਵੀ ਕੋਈ ਮਾੜਾ ਮੋਟਾ ਅਸਰ ਪੈ ਸਕਦਾ ਹੈ। ਜੀ, ਧੰਨਵਾਦ ਜੀ। ਇਹ ਸਨ D5 ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ, ਜਿਨ੍ਹਾਂ ਨੇ ਵੱਖੋ ਵੱਖਰੇ ਮੁੱਦਿਆਂ ਤੇ ਚਰਚਾ ਕੀਤੀ। ਹੁਣ ਦੇਖਣਾ ਹੋਊਗਾ ਕਿ ਜੱਗੂ ਭਗਵਾਨਪੁਰੀਆ ਦਾ ਜੋ ਪੁਲਿਸ ਵੱਲੋਂ 7 ਦਿਨ ਦਾ ਰਿਮਾਂਡ ਲਿਆ ਜਾਵੇਗਾ, ਉਸ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ, ਕਿ ਸਿੱਧੂ ਮੂਸੇਵਾਲਾ ਦੇ ਜਿਹੜੇ ਅਸਲ ਕਾਤਲ ਨੇ ਉਹਨਾਂ ਤੱਕ ਪੁਲਿਸ ਪਹੁੰਚ ਪਾਵੇਗੀ ਜਾਂ ਫਿਰ ਨਹੀਂ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ। ਧੰਨਵਾਦ।